ਫਿਰ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਕਾਜ ਤੇ ਬੰਧਕ ਬਾਣ ਲਗਾਇਓ। ਭਗਵਾਨ ਕ੍ਰਿਸ਼ਨ ਨੂੰ ਬੰਧਕ ਨੇ, ਸ਼ਿਕਾਰੀ ਨੇ ਤੀਰ ਕਿਉਂ ਮਾਰਿਆ ਸੀ? ਇਹ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦੀ ਹੈ। ਦੁਰਵਾਸ਼ਾ ਸਿਉ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਦੁਰਵਾਸ਼ਾ ਰਿਸ਼ੀ ਦੇ, ਕਿਉਂਕਿ ਦੁਰਵਾਸ਼ਾ ਜਿਹੜਾ ਸੀ ਉਹ ਕ੍ਰਿਸ਼ਨ ਜੀ ਮਹਾਰਾਜ ਦਾ ਗੁਰੂ ਸੀਗਾ। ਦੋ ਗੁਰੂ ਹੋਏ ਨੇ ਭਗਵਾਨ ਕ੍ਰਿਸ਼ਨ ਦੇ, ਇੱਕ ਵਿਦਿਆ ਗੁਰੂ, ਇੱਕ ਅਧਿਆਤਮ ਗੁਰੂ। ਵਿਦਿਆ ਗੁਰੂ ਸੰਦੀਪਨ ਸਨ, ਜਿਨ੍ਹਾਂ ਦੇ ਕੋਲ ਰਹਿ ਕੇ ਕ੍ਰਿਸ਼ਨ ਜੀ ਮਹਾਰਾਜ ਬਚਪਨ 'ਚ ਵਿਦਿਆ ਪੜ੍ਹਿਆ ਕਰਦੇ ਸਨ। ਕ੍ਰਿਸ਼ਨ ਜੀ ਨੇ ਉੱਥੇ ਰਹਿ ਕੇ ਵਿਆਕਰਨ, ਜੋਤਿਸ਼, ਨਿਰੁਕਤ, ਪਿੰਗਲ ਸਭ ਤਰ੍ਹਾਂ ਦੀ ਵਿਦਿਆ ਪੜ੍ਹ ਕੇ, ਚਾਰ ਵੇਦ ਸ਼ਾਸਤਰਾਂ ਦੀ, ਸਿਮਰਤੀਆਂ ਦੀ, ਪੁਰਾਣਾਂ ਦੀ ਵਿਦਿਆ ਪੜ੍ਹ ਕੇ ਨਿਪੁੰਨਤਾ ਹਾਸਲ ਕੀਤੀ। ਉਹ ਸੰਦੀਪਨ ਗੁਰੂ ਸੀ। ਪਰੰਤੂ ਜਿਨ੍ਹਾਂ ਕੋਲੋਂ ਅਧਿਆਤਮ ਵਿਦਿਆ ਲਈ ਆਪਣਾ ਗੁਰੂ ਮੰਨਿਆ ਉਹ ਸੀ ਦੁਰਵਾਸ਼ਾ ਰਿਸ਼ੀ। ਦੁਰਵਾਸ਼ਾ ਦਾ ਸੁਭਾਅ ਬੜਾ ਕੌੜਾ ਸੀਗਾ ਤੇ ਇੱਕ ਵਾਰੀ ਇਹਨਾਂ ਭਗਵਾਨ ਕ੍ਰਿਸ਼ਨ ਜੀ ਦੇ ਜਿਹੜੇ ਪਰਿਵਾਰ ਦੇ ਬੱਚੇ ਸਨ, ਨੌਜਵਾਨ ਰਾਜਕੁਮਾਰ ਸਨ, ਇਹਨਾਂ ਨੂੰ ਮਜ਼ਾਕ ਸੁਝਿਆ। ਇਹਨਾਂ ਨੇ ਪ੍ਰਦੁਮਨ ਜੋ ਕ੍ਰਿਸ਼ਨ ਜੀ ਦਾ ਬੇਟਾ ਸੀ ਉਹਨੂੰ ਲੜਕੀਆਂ ਵਾਲੇ ਕੱਪੜੇ ਪਵਾਏ ਤੇ ਉਹਦੇ ਪੇਟ ਦੇ ਉੱਤੇ ਬਾਟੀ ਬੰਨ੍ਹ ਦਿੱਤੀ। ਬਾਟੀ ਬੰਨ੍ਹ ਕੇ, ਤਸਲਾ ਬੰਨ੍ਹ ਕੇ ਤੇ ਕੁੜੀਆਂ ਵਾਲੇ ਕੱਪੜੇ ਪਵਾ ਕੇ, ਕੁੜੀਆਂ ਦੀ ਤਰ੍ਹਾਂ ਕੇਸ ਪਿਛਾਂ ਨੂੰ ਕਰਕੇ ਲੈ ਗਏ ਦੁਰਵਾਸ਼ੇ ਨੂੰ। ਮੱਥਾ ਟੇਕ ਕੇ ਕਹਿਣ ਲੱਗੇ, ਗੁਰੂ ਜੀ ਆਹ ਲੜਕੀ ਦੇ ਘਰ ਬੱਚਾ ਹੋਣਾ, ਦੱਸੋ ਮੁੰਡਾ ਹੋਵੇਗਾ ਕੁੜੀ ਹੋਵੇਗੀ? ਦੁਰਵਾਸ਼ਾ ਸਮਝ ਗਿਆ ਵੀ ਇਹ ਮੈਨੂੰ ਮਜ਼ਾਕ ਕਰਦੇ। ਕਹਿੰਦੇ ਸੰਤਨ ਸੇਤੀ ਮਸ਼ਕਰੀਏ ਡੂਬਨ ਕੇ ਕਾਮ। ਗੁਰਬਾਣੀ ਕਹਿੰਦੀ ਹੈ ਵੀ ਦੁਰਵਾਸ਼ਾ ਸਿਉ ਕਰਤ ਠਗੌਰੀ, ਜਾਦਵੇ ਫਲ ਪਾਏ। ਸੰਤਾਂ ਨਾਲ ਕਿਸੇ ਨੇ ਵੀ ਮਸ਼ਕਰੀ ਕੀਤੀ, ਉਹ ਡੁੱਬਣ ਦਾ ਹੀ ਕੰਮ ਕੀਤਾ। ਆਪਣਾ ਬੇੜਾ ਆਪ ਹੀ ਕਰ ਲਿਆ, ਆਪਣੇ ਪੈਰੀ ਆਪ ਕੁਹਾੜਾ ਮਾਰ ਲਿਆ ਸਮਝੋ। ਇਸ ਲਈ ਕਿਸੇ ਮਹਾਂਪੁਰਸ਼ ਨੂੰ ਕਦੀ ਵੀ ਮਾੜਾ ਚੰਗਾ ਬੋਲ ਕੇ ਉਹਦੇ ਨਾਲ ਮਸ਼ਕਰੀ ਨਹੀਂ ਕਰਨੀ ਚਾਹੀਦੀ, ਭੈ ਹੀ ਰੱਖਣਾ ਚਾਹੀਦਾ। ਦੁਰਵਾਸ਼ਾ ਦੇ ਮੂੰਹ ਤੋਂ ਨਿਕਲਿਆ, ਇਹਦੇ ਪੇਟ ਤੋਂ ਉਹ ਚੀਜ਼ ਪੈਦਾ ਹੋਵੇਗੀ ਜਿਹੜਾ ਤੁਹਾਡੇ ਕੁਲ ਦਾ ਨਾਸ ਕਰ ਦੇਗੀ, ਤੁਹਾਡਾ ਵੰਸ਼ ਹੀ ਸਰਵਨਾਸ਼ ਹੋ ਜਾਏਗਾ। ਘਬਰਾ ਗਏ, ਸੋਚਾਂ 'ਚ ਪੈ ਗਏ। ਹੁਣ ਕੀ ਹੋ ਸਕਦਾ ਸੀ? ਉਹ ਬੱਚੇ ਜਿਹੜੇ ਲੜਕੇ ਨੇ ਉਹ ਕੱਪੜੇ ਪਾਏ ਸੀ, ਉਹਦੇ ਪੇਟ ਤੋਂ ਬਾਟੀ ਖੋਲੀ, ਉਹਦੇ ਵਿੱਚੋਂ ਲੋਹੇ ਦਾ ਮੂਸਲ ਨਿਕਲ ਆਇਆ। ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਦੱਸਿਆ, ਮਹਾਰਾਜ ਏਦਾਂ ਅਸੀਂ ਗਲਤੀ ਕਰ ਬੈਠੇ ਹਾਂ, ਤੁਹਾਡੇ ਗੁਰੂ ਨਾਲ ਮਜ਼ਾਕ ਕੀਤਾ ਤੇ ਉਹਨਾਂ ਨੇ ਸ਼ਰਾਪ ਦੇਤਾ ਵੀ ਤੁਹਾਡੇ ਇਸ ਦੇ ਪੇਟ ਤੋਂ ਉਹ ਚੀਜ਼ ਪੈਦਾ ਹੋਵੇਗੀ ਜੋ ਤੁਹਾਡੀ ਕੁਲ ਦਾ ਨਾਸ ਕਰੇਗੀ। ਆਹ ਲੋਹੇ ਦਾ ਇੱਕ ਮੂਸਲ ਨਿਕਲਿਆ ਹੈ, ਲੋਹਾ ਨਿਕਲਿਆ ਹੈ, ਇਹਦਾ ਕੀ ਕਰੀਏ ਹੁਣ? ਭਗਵਾਨ ਜੀ ਕਹਿਣ ਲੱਗੇ, ਮਾੜਾ ਕੀਤਾ ਹੈ। ਸੰਤਾਂ ਮਹਾਂਪੁਰਸ਼ਾਂ ਦੇ ਨਾਲ ਕਦੀ ਮਜ਼ਾਕ ਨਹੀਂ ਕਰੀਦਾ, ਕਦੀ ਉਹਨਾਂ ਨਾਲ ਛੇੜਖਾਨੀ ਨਹੀਂ ਕਰੀਦੀ, ਅਦਬ ਰੱਖੀਦਾ ਹੈ। ਕਿਉਂਕਿ ਜੋ ਵੀ ਉਹ ਮੂੰਹ ਤੋਂ ਬੋਲ ਦਿੰਦੇ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ, ਉਹ ਬਚਨ ਟਲਿਆ ਨਹੀਂ ਕਰਦੇ। ਇੱਕ ਸਾਧ ਬਚਨ ਅਟਲਾਦਾ, ਅਟਲ ਬਚਨ ਹੁੰਦੇ ਹੈ। ਪਰ ਜੋ ਹੋ ਗਿਆ ਸੋ ਹੋ ਗਿਆ, ਹੁਣ ਵਾਪਸ ਨਹੀਂ ਸਮਾਂ ਆ ਸਕਦਾ। ਤੁਸੀਂ ਇਸ ਮੂਸਲ ਨੂੰ ਖਤਮ ਕਰੋ। ਹੁਣ ਲੋਹਾ ਕਿਵੇਂ ਖਤਮ ਹੁੰਦਾ? ਲੋਹਾ ਖਤਮ ਇੱਕੋ ਹੀ ਤਰੀਕੇ ਨਾਲ ਹੁੰਦਾ ਵੀ ਲੋਹੇ ਨੂੰ ਘਸਾ ਕੇ ਉਹਦੀ ਹੋਂਦ ਮਿਟਾਈ ਜਾਵੇ। ਉਹ ਮੂਸਲ ਸੀਗਾ, ਉਹਨੂੰ ਨਦੀ ਦੇ ਕੰਢੇ ਤੇ ਬਹਿ ਗਏ, ਪਾਣੀ ਲਾ ਕੇ ਪੱਥਰ ਤੇ ਰਗੜਦੇ ਰਹੇ, ਰਗੜ ਕੇ ਉਹਨੂੰ ਘਸਾਉਂਦੇ ਰਹੇ। ਉਹ ਖਤਮ ਹੁੰਦਾ ਰਿਹਾ ਲੋਹਾ। ਉਹਦੇ ਵਿੱਚੋਂ ਇੱਕ ਸੂਈ ਜਿੰਨੀ ਤਾਰ ਜੀ ਬਰੀਕ ਜੀ ਰਹਿ ਗਈ, ਮਾਮੂਲੀ ਜੀ, ਉਹ ਰਗੜਨ ਵਾਲੇ ਦੇ ਹੱਥੋਂ ਤਿਲਕ ਗਈ ਤੇ ਉਹ ਪਾਣੀ ਵਿੱਚ ਚਲੀ ਗਈ। ਜਦੋਂ ਪਾਣੀ ਵਿੱਚ ਚਲੀ ਗਈ, ਉਹ ਮੱਛੀ ਨੇ ਨਿਗਲ ਲਈ, ਮੱਛੀ ਦੇ ਪੇਟ ਵਿੱਚ ਚਲੀ ਗਈ। ਉਧਰੋਂ ਉਹ ਮੱਛੀ ਕਿਸੇ ਸ਼ਿਕਾਰੀ ਨੇ, ਜਿਹੜਾ ਮਾਸ ਖਾਣ ਵਾਲਾ ਸੀ, ਉਹਨੇ ਜਾਲ 'ਚ ਪਕੜੀ, ਮੱਛੀ ਦਾ ਪੇਟ ਜਾ ਰਿਹਾ, ਉਹਦੇ 'ਚੋਂ ਸੂਈ ਫਿਰ ਨਿਕਲ ਆਈ। ਸ਼ਿਕਾਰੀ ਨੇ ਆਪਣੇ ਤੀਰ ਦੇ ਅੱਗੇ ਲਾ ਲਈ, ਮੁਖੀ ਬਣਾ ਲਈ ਵੀ ਚਲੋ ਕੋਈ ਜਾਨਵਰ ਮਾਰਾਂਗੇ ਇਹਦੇ ਨਾਲ। ਇੱਧਰੋਂ ਜਿਹੜੇ ਇਹ ਯਾਦਵ ਸਨ, ਇਹ ਸ਼ਰਾਬ ਪੀ ਕੇ ਆਪਸ 'ਚ ਲੜ ਪਏ। ਨਦੀ ਦੇ ਕੰਢੇ ਦੱਬ ਸੀਗੀ, ਉਹ ਤਲਵਾਰ ਵਰਗੀ ਤਿੱਖੀ ਹੁੰਦੀ ਹੈ, ਪੱਟ ਕੇ ਇੱਕ ਦੂਜੇ ਨੂੰ ਮਾਰੀ। ਸਭ ਯਾਦਵ ਦੀ ਕੁੱਲ ਭਗਵਾਨ ਕ੍ਰਿਸ਼ਨ ਜੀ ਦੀ ਸਾਰਾ ਪਰਿਵਾਰ ਹੀ
ਪੁੱਤਰ ਪੋਤਰੇ ਗਾਂ ਦੀ ਗਾਂ ਜਿੰਨਾ ਟੱਬਰ ਸੀਗਾ, ਭਤੀਜੇ ਸਭ ਆਪਸ 'ਚ ਲੜ ਕੇ ਮਰ ਗਏ। ਜਦੋਂ ਭਗਵਾਨ ਕ੍ਰਿਸ਼ਨ ਜੀ ਦਾ ਸਾਰਾ ਟੱਬਰ ਮਾਰਿਆ ਗਿਆ, ਬੱਚੇ ਵੀ ਮਰ ਗਏ, ਪੋਤੇ ਵੀ ਮਰ ਗਏ, ਜਵਾਨ, ਬੜੀ ਭਾਰੀ ਨਿਰਾਸ਼ਤਾ ਹੋਈ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਲਿਖਦੇ ਨੇ, ਜਾਏ ਸੁੱਤਾ ਪ੍ਰਭਾਸ ਵਿੱਚ। ਪ੍ਰਭਾਸ ਇੱਕ ਤੀਰਥ ਹੈ। ਭਗਵਾਨ ਕ੍ਰਿਸ਼ਨ ਜੀ ਉਦਾਸ ਹੋ ਗਏ। ਹੁਣ ਜਿਹੜੇ ਬੰਦੇ ਦਾ ਸਾਰਾ ਟੱਬਰ ਮਰੇਗਾ, ਬੱਚੇ ਮਰਨਗੇ, ਭਤੀਜੇ ਵੀ ਮਰਨਗੇ, ਪੁੱਤਰ ਪੋਤੇ ਮਰਨਗੇ, ਉਹਦਾ ਮਨ ਤਾਂ ਉਦਾਸ ਹੋਣਾ ਹੀ। ਸਾਰੀ ਬਰਾਦਰੀ ਮਰ ਗਈ ਸਮਝੋ, ਲੜ ਕੇ ਮਰ ਗਏ ਸ਼ਰਾਬ ਪੀ ਕੇ ਆਪਸ ਵਿੱਚ। ਭਗਵਾਨ ਜੀ ਉਦਾਸ ਹੋ ਕੇ ਪ੍ਰਭਾਸ ਖੇਤਰ ਦੇ ਵਿੱਚ ਜਾ ਕੇ ਇੱਕ ਦਰਖਤ ਦੇ ਥੱਲੇ ਜਾ ਕੇ ਲੰਮੇ ਪੈ ਗਏ। ਭਾਈ ਸਾਹਿਬ ਗੁਰਦਾਸ ਜੀ 10ਵੀਂ ਵਾਰ ਦੇ ਵਿੱਚ ਲਿਖਦੇ ਨੇ, ਜਾਏ ਸੁੱਤਾ ਪ੍ਰਭਾਸ ਵਿੱਚ, ਗੋਡੇ ਉੱਤੇ ਪਾਏ ਪਸਾਰੇ। ਉਦਾਸ ਹੋਏ ਨੇ, ਲੰਮੇ ਪਏ ਨੇ, ਲੱਕ ਸਿੱਧਾ ਕਰਨ ਲਈ। ਲੱਕ ਤਾਂ ਜ਼ਮੀਨ ਤੇ ਲਾ ਲਿਆ ਤੇ ਖੱਬੇ ਗੋਡੇ ਤੇ ਸੱਜਾ ਚਰਨ ਰੱਖ ਕੇ ਪਏ ਨੇ। ਭਾਈ ਸਾਹਿਬ ਜੀ ਅੱਗੇ ਲਿਖਦੇ ਨੇ, ਚਰਨ ਕਮਲ ਵਿੱਚ ਪਦਮ ਹੈ, ਝਿਲ ਮਿਲ ਝਿਲਕੈ ਵਾਂਗੀ ਤਾਰੇ। ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਕਮਲ ਦਾ ਜੋ ਪਦਮ ਦਾ ਚਿੰਨ੍ਹ ਸੀਗਾ, ਉਹ ਪਦਮ ਜਿਹੜਾ ਚਰਨ ਕਮਲ ਵਿੱਚ ਪਦਮ ਹੈ, ਉਹ ਝਿਲਕਾ ਮਾਰਦਾ ਹੈ, ਲਿਸ਼ਕਾਰੇ ਮਾਰਦਾ ਹੈ। ਉਧਰੋਂ ਉਹੀ ਸ਼ਿਕਾਰੀ ਜਿਸ ਨੇ ਉਹ ਮੂਸਲ ਤੋਂ ਬਣੀ ਹੋਈ ਮੁਖੀ ਤੀਰ ਨੂੰ ਲਾਈ ਹੋਈ ਸੀ, ਸ਼ਿਕਾਰ ਕਰਦਾ ਲੱਭਦਾ ਲੱਭਦਾ ਉਸ ਜੰਗਲ ਜਾ ਗਿਆ। ਬੱਦਕ ਆਇਆ ਭਾਲਦਾ, ਉਹ ਭਾਲਦਾ ਵੀ ਕੋਈ ਸ਼ਿਕਾਰ ਲੱਭੇ, ਕੋਈ ਹਿਰਨ ਲੱਭੇ, ਕੋਈ ਬਾਰਾਂਸਿੰਗਾ ਲੱਭੇ। ਉਹਨੇ ਦੂਰੋਂ ਨਿਗਾਹ ਮਾਰੀ, ਭਗਵਾਨ ਜੀ ਦੇ ਪੈਰਾਂ ਦੇ ਵਿੱਚ ਕਮਲ ਦਾ ਪਦਮ ਦਾ ਜਿਹੜਾ ਚਿੰਨ੍ਹ ਸੀ, ਉਹਦੀ ਲਿਸ਼ਕ ਪਈ। ਲਿਸ਼ਕ ਇਉਂ ਜਾਪੀ ਵੀ ਜਿਵੇਂ ਕਿਸੇ ਹਿਰਨ ਦੀ ਅੱਖ ਹੈ, ਕਿਉਂਕਿ ਹਿਰਨ ਦੀ ਅੱਖ ਵੀ ਦੂਰੋਂ ਜਿਹੜੀ ਹੈ ਨਾ ਲਿਸ਼ਕ ਮਾਰਦੀ ਹੈ, ਚਮਕਦੀ ਹੈ। ਉਹਨੇ ਆਖਿਆ ਕਾਲਾ ਹਿਰਨ ਪਿਆ, ਕਿਉਂਕਿ ਭਗਵਾਨ ਜੀ ਦਾ ਰੂਪ ਕਾਲਾ ਸੀਗਾ। ਉਹਨੇ ਤੀਰ ਮਾਰਿਆ, ਤੀਰ ਆਇਆ, ਉਹ ਲੱਗਾ ਕਿੱਥੇ? ਜਿੱਥੇ ਪਦਮ ਸੀ ਨਾ ਪੈਰ ਦੇ ਵਿੱਚ, ਉੱਥੇ ਉਹਨੇ ਨਿਸ਼ਾਨਾ ਲਾਇਆ ਤੇ ਉੱਥੇ ਹੀ ਵੱਜਾ ਆ ਕੇ। ਜਦੋਂ ਤੀਰ ਪੈਰ ਦੇ ਵਿੱਚੋਂ ਵੱਜਾ ਤੇ ਪੈਰ ਦੇ ਵਿੱਚੋਂ ਵੱਜ ਕੇ, ਇੰਨਾ ਜ਼ੋਰ ਦਾ ਤੀਰ ਸੀਗਾ, ਇੰਨੇ ਬਲ ਨਾਲ ਮਾਰਿਆ ਸੀ ਕਿ ਉਹ ਲੱਤ ਦੀ ਹੱਡੀ ਚੀਰ ਕੇ ਗੋਡੇ ਤੱਕ ਨਿਕਲ ਆਇਆ। ਸਾਰੀ ਹੱਡੀ ਚੀਰ ਦਿੱਤੀ, ਗੋਡੇ ਤੱਕ ਤੀਰ ਧੱਸ ਗਿਆ ਹੱਡੀ ਦੇ ਵਿੱਚ ਦੀ। ਹੁਣ ਜਿਹੜੇ ਬੰਦੇ ਦੇ ਪੈਰ ਤੋਂ ਲੈ ਕੇ ਗੋਡੇ ਤੱਕ ਹੱਡੀ 'ਚ ਤੀਰ ਵੱਜ ਗਿਆ, ਭਗਵਾਨ ਜੀ ਵਿਆਕੁਲ ਹੋ ਗਏ, ਉੱਥੇ ਲੇਟਣ ਲੱਗ ਪਏ, ਲਹੂ ਲੁਹਾਨ ਹੋ ਗਏ ਸਰੀਰ ਦੇ। ਸਮਝ ਗਏ ਵੀ ਹੁਣ ਸਾਡਾ ਅੰਤ ਸਮਾਂ ਆ ਗਿਆ ਹੈ। ਅਖੀਰਲਾ ਜੋ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਟਾਈਮ ਆ ਗਿਆ। ਉਸੇ ਵੇਲੇ ਉਹ ਸ਼ਿਕਾਰੀ ਵੀ ਭੱਜਿਆ ਆਇਆ ਉੱਥੇ। ਜਦੋਂ ਉਹਨੇ ਵੇਖਿਆ, ਕਿਉਂਕਿ ਸ਼ਿਕਾਰੀ ਨੂੰ ਤਾਂ ਸੀਗਾ ਮੇਰਾ ਹਿਰਨ, ਉਹ ਹਿਰਨ ਦੇਖਣ ਲਈ ਆਇਆ, ਪਰ ਅੱਗੇ ਦੇਖਿਆ ਭਗਵਾਨ ਸਾਰੇ ਜਗਤ ਦੇ ਮਾਲਕ, ਸੁਆਮੀ, ਸਤਿਕਾਰਯੋਗ, ਪੂਜਨੀਕ। ਉਹ ਰੋਣ ਲੱਗ ਪਿਆ, ਬਿਰਲਾਪ ਕਰਨ ਲੱਗ ਪਿਆ, ਕਹਿੰਦਾ ਮਹਾਰਾਜ ਮੇਰੇ ਤੋਂ ਬਹੁਤ ਵੱਡਾ ਪਾਪ ਹੋਇਆ, ਬਹੁਤ ਗੁਨਾਹ ਹੋਇਆ। ਮੈਂ ਮਹਾਰਾਜ ਭੁਲੇਖੇ ਨਾਲ ਤੀਰ ਮਾਰ ਬੈਠਾ, ਮੈਂ ਤੁਹਾਨੂੰ ਪਛਾਣ ਨਹੀਂ ਸਕਿਆ, ਇਹ ਕੀ ਹੋ ਗਿਆ ਮੇਰੇ ਤੋਂ? ਉਹ ਇੰਨਾ ਜ਼ਿਆਦਾ ਪਛਤਾਤਾਪ ਕਰਨ ਲੱਗ ਪਿਆ, ਇੰਨਾ ਜ਼ਿਆਦਾ ਰੋਣ ਲੱਗ ਪਿਆ, ਵਿਆਕੁਲ ਹੋ ਗਿਆ ਕਿ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਉਹਨੂੰ ਕੋਲ ਬਿਠਾ ਕੇ ਕਹਿੰਦੇ ਧੀਰਜ ਰੱਖ, ਕਿਉਂਕਿ ਮਹਾਂਪੁਰਸ਼ ਸਨ, ਧੀਰਜ ਵਾਲੇ ਸਨ। ਕਹਿਣ ਲੱਗੇ ਸੱਜਣਾ, ਭਾਣਾ ਇੱਦਾਂ ਹੀ ਲਿਖਿਆ ਹੋਇਆ ਸੀ, ਕੁਦਰਤ ਦਾ, ਪਰਮੇਸ਼ਰ ਦਾ ਹੁਕਮ, ਉਹਦੀ ਰਜ਼ਾ ਕੋਈ ਨਹੀਂ ਮੇਟ ਸਕਦਾ। ਜੋ ਪਰਮੇਸ਼ਰ ਨੇ ਲਿਖਿਆ ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ, ਸਾਡੇ ਕਰਮਾਂ 'ਚ ਲਿਖਿਆ ਸੀ, ਤੇਰਾ ਸਾਡਾ ਹਿਸਾਬ ਬਾਕੀ ਸੀ। ਕਹਿਣ ਲੱਗਾ ਮਹਾਰਾਜ ਮੇਰਾ ਤੁਹਾਡਾ ਕੀ ਹਿਸਾਬ ਬਾਕੀ ਸੀ? ਇਹ ਕੀ ਲਿਖਿਆ ਸੀ? ਭਗਵਾਨ ਕਹਿਣ ਲੱਗੇ ਪਿਛਲੇ ਜਨਮ ਵਿੱਚ ਅਸੀਂ ਤੈਨੂੰ ਲੁੱਕ ਕੇ ਤੀਰ ਮਾਰਿਆ ਸੀ, ਉਹਦਾ ਬਦਲਾ ਅੱਜ ਤੂੰ ਪੂਰਾ ਕਰ ਲਿਆ, ਸਾਡਾ ਲੇਖਾ ਨਿਬੜ ਗਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦਾ ਮੈਨੂੰ ਕੋਈ ਯਾਦ ਨਹੀਂ ਮੈਂ ਤੁਹਾਨੂੰ ਕਦੋਂ ਤੀਰ ਮਾਰਿਆ ਸੀ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਤੈਨੂੰ ਯਾਦ ਨਹੀਂ, ਸਾਨੂੰ ਯਾਦ ਹੈ। ਈਸ਼ਵਰ ਔਰ ਜੀਵ ਦਾ ਇਹੀ ਭਰਮ ਭੇਦ ਹੈ। ਈਸ਼ਵਰ ਨੂੰ ਸਰਬਕਤਾ ਹੁੰਦੀ ਹੈ,
ਜੀਵ ਨੂੰ ਖਾਲਸਾ ਜੀ ਅਲਪਗਤਾ ਹੁੰਦੀ ਹੈ। ਜਿਹੜੇ ਅਵਤਾਰੀ ਪੁਰਸ਼ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਹੈ। ਗੀਤਾ ਵਿੱਚ ਭਗਵਾਨ ਕਹਿੰਦੇ ਵੀ ਹਨ, ਹੇ ਅਰਜਨ, ਤੇਰੇ ਵੀ ਬਹੁਤ ਜਨਮ ਹੋ ਚੁੱਕੇ ਹਨ, ਮੇਰੇ ਵੀ ਬਹੁਤ ਜਨਮ ਹੋ ਚੁੱਕੇ ਹਨ, ਪਰ ਮੇਰੇ ਜਨਮਾਂ ਨੂੰ ਮੈਂ ਜਾਣਦਾ ਹਾਂ, ਤੂੰ ਨਹੀਂ ਜਾਣਦਾ ਆਪਣੇ ਜਨਮਾਂ ਨੂੰ। ਕਿਉਂਕਿ ਜੀਵ ਨਹੀਂ ਜਾਣਦਾ, ਈਸ਼ਵਰ ਜਾਣਦਾ ਹੈ। ਆਖੋ ਸ੍ਰੀ ਵਾਹਿਗੁਰੂ। ਕਹਿਣ ਲੱਗੇ, ਮੈਂ ਪਿਛਲੇ ਜਨਮ ਵਿੱਚ ਰਾਮ ਸੀ ਤੇ ਤੂੰ ਬਾਲੀ ਸੀ। ਤੂੰ ਆਪਣੇ ਭਰਾ ਸੁਗਰੀਵ ਦੀ ਪਤਨੀ ਵੀ ਖੋਹ ਲਈ ਸੀ, ਉਹਦਾ ਰਾਜ ਵੀ ਖੋਹ ਲਿਆ ਸੀ। ਸੁਗਰੀਵ ਸਾਡੀ ਸ਼ਰਨ ਆਇਆ ਸੀ, ਅਸੀਂ ਸੁਗਰੀਵ ਦੀ ਮਦਦ ਕਰਨ ਲਈ, ਕਿਉਂਕਿ ਤੂੰ ਇਹ ਵਰ ਲਿਆ ਹੋਇਆ ਸੀ, ਜਿਹੜਾ ਮੇਰੇ ਸਾਹਮਣੇ ਆਵੇਗਾ ਉਹ ਮੈਨੂੰ ਮਾਰ ਨਹੀਂ ਸਕੇਗਾ। ਤੂੰ ਇਹ ਵਰ ਲਿਆ ਹੋਇਆ ਸੀ ਕਿ ਜਿਹੜਾ ਸਾਹਮਣੇ ਆਵੇਗਾ ਉਹ ਮਾਰ ਨਹੀਂ ਸਕੇਗਾ। ਅਸੀਂ ਲੁਕ ਕੇ ਤੀਰ ਮਾਰਿਆ ਸੀ, ਰਾਮ ਰੂਪ ਦੇ ਵਿੱਚ ਲੁਕ ਕੇ ਮਾਰਿਆ ਸੀ, ਤੈਨੂੰ ਤੂੰ ਮਰ ਗਿਆ। ਪਰ ਕਰਮਾਂ ਦਾ ਲੇਖਾ, ਉਦੋਂ ਅਸੀਂ ਲੁਕ ਕੇ ਮਾਰਿਆ ਸੀ, ਅੱਜ ਤੂੰ ਲੁਕ ਕੇ ਮਾਰਿਆ, ਹਿਸਾਬ ਪੂਰਾ ਹੋ ਗਿਆ। ਇਸ ਕਰਕੇ ਮਿੱਤਰਾ, ਰੋਣ ਪਿੱਟਣ ਦੀ ਲੋੜ ਨਹੀਂ, ਜਾਂ ਤੇਰਾ ਵੀ ਉਧਾਰ ਹੋਵੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਬਸੰਤ ਰਾਗ ਦੇ ਵਿੱਚ ਇਹ ਬਚਨ ਲਿਖਿਆ ਹੈ, ਬੱਧਕ ਉਧਾਰਿਓ ਖੰਮ ਭਰਹਾਰ। ਬੱਧਕ ਸ਼ਿਕਾਰੀ ਜਿਹਨੇ ਭਗਵਾਨ ਜੀ ਦੇ ਚਰਨਾਂ 'ਚ ਤੀਰ ਮਾਰਿਆ, ਉਹਨਾਂ ਦੀ ਜਾਨ ਲਈ, ਪਰ ਮੇਰਾ ਭਗਵਾਨ ਕਿੰਨਾ ਦਿਆਲੂ ਹੈ, ਉਸ ਤੀਰ ਮਾਰਨ ਵਾਲੇ ਦਾ ਵੀ ਉਧਾਰ ਕਰ ਦਿੱਤਾ। ਆਖੋ।